ਵਾਹਿਗੁਰੂ ਜੀ ਕੀ ਫਤਿਹ। ਜੋ ਕੁਰਬਾਨੀਆਂ ਦਸਮ ਪਿਤਾ ਦਸ਼ਮੇਸ਼ ਦੀਆਂ, ਉਹਨਾਂ ਦਾ ਕੋਈ ਹਿਸਾਬ ਨਹੀਂ, ਉਹਨਾਂ ਦਾ ਕੋਈ ਦੇਣਾ ਨਹੀਂ ਦੇ ਸਕਦਾ, ਨਹੀਂ ਲਾ ਸਕਦਾ। ਉਹਨਾਂ ਦੀ ਦਿੱਤੀ ਦਸਤਾਰ ਅੱਜ ਅਸੀਂ ਸਿਰ ਤੇ ਸਜਾਉਂਦੇ ਹਾਂ, ਨਹੀਂ ਤਾਂ ਅੱਜ ਪਤਾ ਨਹੀਂ ਕਿਹਦੀ ਚਾਕਰੀ ਕਰ ਰਹੇ ਹੁੰਦੇ। ਸੋ ਆਓ ਇੱਕ ਛੋਟੀ ਜਿਹੀ ਕਵਿਤਾ ਆਪ ਜੀ ਦੇ ਚਰਨਾਂ ਵਿੱਚ, ਸੰਗਤ ਦੇ ਚਰਨਾਂ ਵਿੱਚ। ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਉਹ ਜਾਂਦਾ, ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਉਹ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਹੋ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਪਿਤਾ ਨੇ ਵੀ ਸੀਸ ਜਾ ਕੇ ਦਿੱਲੀ ਵਿੱਚ ਵਾਰਿਆ, ਟੁੱਟੇ ਹੋਏ ਜੰਝੂਆਂ ਦਾ ਮੁੱਲ ਕਿੰਨੇ ਤਾਰਿਆ। ਪਾਣੀ ਪਾ ਕੇ ਅੱਗ ਨੂੰ, ਪਾਣੀ ਪਾ ਕੇ ਅੱਗ ਨੂੰ ਬੁਝਾਉਂਦੇ ਸਾਰੇ ਲੋਕ ਵੇਖੇ, ਮਾਪਿਆਂ ਦਾ ਖੂਨ ਛਿੜਕਾਇਆ ਨਹੀਂ ਹੋ ਜਾਂਦਾ। ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਹੋ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਸਵਾ ਸਵਾ ਲੱਖ ਵਾਰ ਇੱਕ ਨੂੰ ਲੜਾ ਗਿਓ, ਚਿੜੀਆਂ ਦੇ ਕੋਲੋਂ ਖੂਨੀ ਬਾਜ ਨੂੰ ਤੁੜਾ ਗਿਓ। ਅਜੀਤ ਤੇ ਜੁਝਾਰ, ਅਜੀਤ ਤੇ ਜੁਝਾਰ ਅੱਖਾਂ ਸਾਹਮਣੇ ਸ਼ਹੀਦ ਹੋਏ, ਐਡਾ ਵੱਡਾ ਹੌਸਲਾ ਵਧਾਇਆ ਨਹੀਂ ਹੋ ਜਾਂਦਾ। ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਹੋ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਹੋ ਪ੍ਰੀਤਮ ਕੁਟੰਬ ਸਾਰਾ ਦੇਸ਼ ਉੱਤੇ ਵਾਰ ਕੇ, ਸੱਚੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕੇ। ਹਾਲ ਮੁਰੀਦਾਂ ਦਾ, ਹਾਲ ਮੁਰੀਦਾਂ ਦਾ ਮਾਛੀਵਾੜੇ ਜੰਗਲਾਂ 'ਚ ਮਿੱਤਰ ਪਿਆਰੇ ਨੂੰ ਸੁਣਾਇਆ ਨਹੀਂ ਹੋ ਜਾਂਦਾ। ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਹੋ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਸਾਤੋਂ ਦਸਵੇਂ ਪਿਤਾ ਦਾ, ਸਾਤੋਂ ਦਸਵੇਂ ਪਿਤਾ ਦਾ ਭੇਦ ਪਾਇਆ ਨਹੀਂ ਹੋ ਜਾਂਦਾ, ਬੇਹਿਸਾਬ ਕੁਰਬਾਨੀਆਂ ਦਾ ਲਾਇਆ ਨਹੀਂ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸੋ ਨਿਹਾਲ।
ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਪਿਆਰੀ ਕਵਿਤਾ ਸੁਣਾ ਕੇ ਸਤਿਗੁਰੂ ਦੀ ਕੁਰਬਾਨੀਆਂ ਦਾ ਜ਼ਿਕਰ ਕੀਤਾ। ਸੱਚ ਹੈ, ਸਤਿਗੁਰੂ ਦੀ ਕੁਰਬਾਨੀਆਂ ਦਾ ਕੌਣ ਭੇਦ ਪਾ ਸਕਦਾ। ਵੱਡੀ ਤੋਂ ਵੱਡੀ ਕੁਰਬਾਨੀ ਸਤਿਗੁਰੂ ਨੇ ਕੀਤੀ ਹੈ। ਹੋਰ ਹੈ ਕੋਈ ਬੋਲਣ ਵਾਲਾ? ਕਵਿਤਾ ਚਲੋ, ਇਹ ਸਤਿਗੁਰ ਦੀ ਵਡਿਆਈ ਹੈ। ਪਿਓ ਮਿਲ ਜਾਏ ਕਲਗੀਧਰ ਵਰਗਾ, ਜਿਹਨੂੰ ਪਿਓ ਮਿਲ ਜਾਏ ਕਲਗੀਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੂੰ, ਉਹਨੇ ਹੋਰ ਕੀ ਲੈਣਾ ਦੁਨੀਆ ਤੂੰ। ਜਿਸ ਨੂੰ ਪਿਓ ਮਿਲ ਜਾਏ ਕਲਗੀਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੂੰ। ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ। ਅਸੀਂ ਆਨੰਦਪੁਰ ਦੇ ਵਾਸੀ ਹਾਂ। ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਡੀ ਸਾਹਿਬ ਕੌਰ। ਬਸ ਇੰਨੀ ਗੱਲ ਹੀ ਆਖਦੇ ਆ ਨਾ, ਇੱਕ ਬਹੁਤ ਵੱਡਾ ਸੀਨਾ ਚੌੜਾ ਹੋ ਜਾਂਦਾ ਹੈ ਕਿ ਸਾਡਾ ਪਿਓ ਤੇ ਸਾਡੀ ਮਾਂ, ਜਿਸ ਦਾ ਪਿਓ, ਜਿਸ ਨੇ ਪਿਓ ਕਲਗੀਧਰ ਨੂੰ ਬਣਾ ਲਿਆ ਹੋਵੇ, ਤੇ ਮਾਂ ਸਾਹਿਬ ਕੌਰ ਵਰਗੀ ਹੋਵੇ, ਜਿਸ ਦੀ। ਸੱਚ ਹੈ, ਇਹ ਬਹੁਤ ਵੱਡੀ ਦਾਤ ਹੈ। ਉਹਨੂੰ ਹੋਰ ਕੀ ਚਾਹੀਦਾ ਇਸ ਦੁਨੀਆ ਤੋਂ? ਸਭ ਤੋਂ ਵੱਡੀ ਦਾਤ ਹੈ। ਫਖਰ ਮਹਿਸੂਸ ਕਰੋ, ਜਿਹੜੇ ਕਲਗੀਧਰ ਦੇ ਪੁੱਤਰੋ ਤੇ ਧੀਓ, ਤੁਹਾਡਾ ਦਿਲ ਸੀਨਾ ਚੌੜਾ ਹੋਣਾ ਚਾਹੀਦਾ ਕਿ ਅਸੀਂ ਉਸ ਪਿਤਾ ਕਲਗੀਧਰ ਦੇ ਪੁੱਤਰ ਹਾਂ ਤੇ ਸਾਡੀ ਮਾਂ ਸਾਹਿਬ ਕੌਰ ਹੈ। ਇਹ ਫਖਰ ਵਾਲੀ ਗੱਲ। ਆਓ, ਫਿਰ ਵਾਸੀ ਅਸੀਂ ਆਨੰਦਪੁਰ ਦੇ, ਤੇ ਜਿਸ ਨੂੰ ਆਨੰਦਪੁਰ ਵਰਗੀ ਥਾਂ ਮਿਲੇ ਤੇ ਹੋਰ ਕੀ ਚਾਹੀਦਾ ਉਸਨੂੰ। ਇਸ ਲਈ ਬਹੁਤ ਵੱਡੀ ਦਾਤ ਹੈ। ਮਿਲਦੀ ਕਿਵੇਂ? ਜਿਹੜੇ ਗੁਰੂ ਵਾਲੇ ਬਣਦੇ ਨੇ, ਖੰਡੇ ਦੀ ਪੋਲ ਛਕਦੇ ਨੇ। ਖੰਡੇ ਦੀ ਪੋਲ ਛਕ ਕੇ ਫਿਰ ਪਿਓ ਬਣਦਾ ਹੈ ਕਲਗੀਧਰ, ਤੇ ਮਾਤਾ ਬਣ ਜਾਂਦੀ ਹੈ ਸਾਹਿਬ ਕੌਰ। ਇਸ ਲਈ ਹੱਥ ਜੋੜ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿਹੜੇ ਹਾਲੇ ਵੀ ਗੁਰੂ ਵਾਲੇ ਨਹੀਂ ਬਣੇ, ਹਾਲੇ ਵੀ ਗੁਰੂ ਵਾਲੇ ਨਹੀਂ ਬਣੇ, ਸਤਿਗੁਰੂ ਕਿਰਪਾ ਕਰਨ। ਇਹੀ ਸਤਿਗੁਰੂ ਅੱਗੇ ਬੇਨਤੀ ਹੈ ਕਿ ਬਣਾ ਲਓ, ਪਿਓ ਬਣਾ ਲਓ ਕਲਗੀਧਰ ਨੂੰ, ਤੇ ਮਾਂ ਬਣਾ ਲਓ ਸਾਹਿਬ ਕੌਰ ਨੂੰ। ਫਿਰ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖੰਡੇ ਦੀ ਪੋਲ ਛੁਕਾਈ ਸੀ ਨਾ, ਪੋਲ ਦਿੱਤੀ ਸੀ, ਤੇ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਇਸ ਖੰਡੇ ਦੀ ਪੋਲ ਛਕੇਗਾ,
ਉਸ ਨੂੰ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘਾ ਦਿਆਂਗੇ, ਪਾਰ ਉਸ ਦਾ ਪਾਰ ਉਤਾਰਾ ਕਰ ਦਿਆਂਗੇ। ਤੇ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜੇ ਕੋਈ ਅੰਮ੍ਰਿਤ ਛਕ ਕੇ ਵੀ ਉਹੋ ਜਿਹੀ ਕਮਾਈ ਨਾ ਕਰ ਸਕਿਆ ਫਿਰ ਕੀ ਕਰੋਗੇ? ਕਹਿੰਦੇ ਸਤਿਗੁਰੂ ਨੇ ਕਿਹਾ ਅਸੀਂ ਦੂਸਰਾ ਜਨਮ ਦੇ ਦਿਆਂਗੇ ਉਸਨੂੰ। ਫਿਰ ਕਹਿਣ ਲੱਗੇ ਜੀ ਸਤਿਗੁਰੂ ਜੀ ਜੇ ਫਿਰ ਵੀ ਨਾ ਹੋ ਸਕਿਆ ਉਹਦਾ ਤੂੰ, ਕਹਿੰਦੇ ਫਿਰ ਤੀਸਰਾ ਜਨਮ ਦੇ ਦਿਆਂਗੇ। ਫਿਰ ਕਹਿੰਦੇ ਜੀ ਜੇ ਉਹ ਵੀ ਨਾ ਹੋ ਸਕਿਆ, ਫਿਰ ਸਤਿਗੁਰੂ ਕਹਿੰਦੇ ਮੁਕਾਓ ਗੱਲ ਨੂੰ, ਜੇ ਮੈਨੂੰ ਹਜ਼ਾਰਾਂ ਜਨਮ ਉਸ ਦੀ ਉਡੀਕ ਕਰਨੀ ਪਏ ਨਾ, ਮੈਂ ਉਡੀਕ ਕਰਾਂਗਾ, ਉਸਨੂੰ ਪਾਰ ਲੰਘਾ ਕੇ ਹੀ ਛੱਡਾਂਗਾ। ਜੂਨਾਂ ਚ ਨਹੀਂ ਭਟਕਣ ਟਾਈਮ ਲੱਗਾ। ਉਹ ਪਿਆਰੇ ਇੰਨੀ ਵੱਡੀ ਦਾਤ ਹੈ। ਕਲਗੀਧਰ ਸੋ ਨਿਹਾਲ ਸਤਿ ਸ਼੍ਰੀ ਅਕਾਲ। ਧੰਨ ਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਰਗੀ ਦਾਤ ਕੋਈ ਹੈ ਹੀ ਨਹੀਂ ਹੈ। ਤੇ ਇਹ ਸਤਿਗੁਰੂ ਇੱਕ ਸਾਖੀ ਵੀ ਆਉਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਮਾਂ ਨੂੰ ਕੁਝ ਸਿੰਘਾਂ ਨੂੰ ਨਾਲ ਲੈ ਕੇ ਚਲੇ ਗਏ ਜੰਗਲ ਵਿੱਚ। ਗਏ ਤੇ ਜਾ ਰਹੇ ਸੀ ਤੇ ਇੱਕ ਸਿੰਘ ਨੂੰ ਹੁਕਮ ਦਿੱਤਾ, ਚੱਲ ਬਾਈ ਇਹ ਦਰਖਤ ਤੇ ਚੜ ਜਾ। ਇਸ ਦਰਖਤ ਤੇ ਚੜ ਜਾ। ਤੇ ਚੜ ਕੇ ਨਾ ਉੱਪਰ ਕਾਂ ਦੇ ਬੱਚੇ ਨੇ, ਉਹਨਾਂ ਚੋਂ ਜਿਹੜਾ ਇੱਕ ਹੋਏਗਾ ਮੂੰਹ ਚੱਕ ਕੇ ਤੇਰੇ ਵੱਲ ਵੇਖੇਗਾ, ਉਸ ਦੀ ਧੌਣ ਫੜ ਕੇ ਮਰੋੜ ਕੇ ਥੱਲੇ ਸੁੱਟ ਦੇ। ਤੇ ਸਿੰਘ ਸੋਚੀ ਪੈ ਗਿਆ, ਪਰ ਹੁਕਮ ਮੰਨਣਾ ਸੀ ਗੁਰੂ ਦਾ। ਚੜ ਗਿਆ, ਦਰਖਤ ਤੇ ਚੜਿਆ ਤੇ ਇਸੇ ਤਰ੍ਹਾਂ ਉੱਪਰ ਗਿਆ ਤੇ ਦੇਖਿਆ ਬੱਚੇ 4-5 ਬੱਚੇ ਨੇ ਕਾਵਾਂ ਦੇ। ਇੱਕ ਜਿਹੜਾ ਮੂੰਹ ਚੱਕ ਕੇ ਉਸ ਸਿੰਘ ਵੱਲ ਜਿਹੜਾ ਵੇਖਦਾ ਸੀ, ਉਹਨੂੰ ਧੌਣ ਫੜੀ ਤੇ ਮਰੋੜ ਕੇ ਥੱਲੇ ਸੁੱਟ ਛੱਡਿਆ। ਸਤਿਗੁਰ ਨੇ ਕੋਤਕ ਵਰਤਾਇਆ ਤੇ ਸਿੰਘ ਵਾਪਸ ਨਾਲ ਆ ਗਏ। ਜਦੋਂ ਫੇਰ ਆਏ ਤੇ ਆ ਕੇ ਸਿੰਘ ਜਿਹੜਾ ਜਿਸਨੇ ਕਾਰੇ ਕੀਤਾ ਸੀ ਉਹ ਖੜਾ ਹੋ ਗਿਆ। ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਆਈ ਕੀ ਕੋਤਕ ਵਰਤਾਇਆ ਤੁਸੀਂ? ਬਾਕੀ ਸਿੰਘ ਵੀ ਕਹਿਣ ਲੱਗੇ ਸਤਿਗੁਰੂ ਜੀ ਸਮਝਾਣਾ ਕਰੋ ਸਾਨੂੰ, ਸਾਨੂੰ ਨਹੀਂ ਸਮਝ ਆਈ। ਕਹਿੰਦੇ ਸਤਿਗੁਰੂ ਕਹਿੰਦੇ ਭਾਈ ਇਹ ਗੁਰੂ ਦਾ ਸਿੱਖ ਹੈ। ਕਹਿੰਦੇ ਮਹਾਰਾਜ ਫਿਰ ਗੁਰੂ ਦਾ ਸਿੱਖ ਤੇ ਕਾਂ ਦੀ ਜੂਨ ਵਿੱਚ ਕਿੱਧਰ ਚੱਲ ਗਿਆ? ਸਤਿਗੁਰ ਕਹਿੰਦੇ ਭਾਈ ਇਹ ਲੰਗਰ ਦੀ ਸੇਵਾ ਕਰਦਾ ਸੀ। ਲੰਗਰ ਦੀ ਸੇਵਾ ਵਿੱਚ ਕਰਦਾ ਸੀ ਤੇ ਇਹਦੇ ਕੋਲ ਕੋਈ ਗੁਰਸਿੱਖ ਆ ਗਿਆ। ਉਹਨੂੰ ਭੁੱਖ ਲੱਗੀ ਸੀ। ਉਹਨੇ ਆ ਕੇ ਇਹਨੂੰ ਪੁੱਛਿਆ ਕਿ ਭਾਈ ਲੰਗਰ ਆਇਆ, ਪ੍ਰਸ਼ਾਦਾ ਆਇਆ, ਤੇ ਅਗਰ ਹੈ ਤੇ ਦੇ ਦੇ। ਉਹ ਬੜੇ ਗੁੱਸੇ ਵਿੱਚ ਬੋਲਿਆ, ਨਹੀਂ ਹੈ, ਬਹਿ ਜਾਓ, ਹਾਲੇ ਨਹੀਂ ਹੈ, ਕੋਈ ਪ੍ਰਸ਼ਾਦਾ ਨਹੀਂ। ਉਸ ਨੂੰ ਭੁੱਖ ਜ਼ਿਆਦਾ ਲੱਗੀ ਸੀ ਗੁਰੂ ਦੇ ਸਿੱਖ ਨੂੰ। ਕਹਿਣ ਲੱਗਾ ਭਾਈ ਜੇ ਕੋਈ ਹੈ ਬਚੇ ਹੋਏ ਇੱਕ ਅੱਧਾ ਵੀ ਪ੍ਰਸ਼ਾਦਾ ਹੋਵੇ ਦੇ ਦੇ, ਮੈਨੂੰ ਭੁੱਖ ਬਹੁਤੀ ਲੱਗੀ। ਤੇ ਉਹ ਕਹਿਣ ਲੱਗਾ ਭਾਈ ਕੀ ਕਾਂ ਲਾਈਏ? ਤੇ ਗੁਰੂ ਦਾ ਸਿੱਖ ਸਹਿਜੇ ਹੀ ਬਚਨ ਨਿਕਲ ਗਿਆ, ਕਹਿੰਦਾ ਭਾਈ ਕਾਂ ਮੈਂ ਲਾਈਏ ਕਿ ਤੂੰ ਲਾਈਏ? ਕਿਉਂਕਿ ਜਿਨ੍ਹਾਂ ਦੀ ਕਮਾਈ ਹੁੰਦੀ ਹੈ ਨਾ, ਉਹ ਸਹਿਜੇ ਹੀ ਕੁਝ ਬੋਲ ਦੇਣ ਤੇ ਫਿਰ ਉਹ ਹੀ ਬਣ ਜਾਂਦਾ ਕੰਮ। ਜਿਹੜਾ ਕਿਸੇ ਨੂੰ ਸਹਿਜੇ ਹੀ ਉਹਨੇ ਬਸ ਇੰਨਾ ਬਚਨ ਕਿਹਾ ਤੇ ਉਹ ਇਹਨੂੰ ਕਾਂ ਦੀ ਜੂਨ ਮਿਲ ਗਈ।
ਤੇ ਸਤਿਗੁਰੂ ਕਹਿਣ ਲੱਗੇ, ਕਹਿੰਦੇ ਭਾਈ ਇਸ ਨੇ ਹੁਣ 10,000 ਸਾਲ ਕਾਂ ਦੀ ਜੂਨ ਵਿੱਚ ਰਹਿਣਾ ਸੀ ਤੇ ਹੈ ਸੀ ਸਾਡਾ ਸਿੱਖ। ਅਸੀਂ ਕਿਵੇਂ ਸਿੱਖ ਨੂੰ ਕਾਂ ਦੀ ਜੂਨ ਵਿੱਚ ਦੇਖ ਸਕਦੇ ਹਾਂ? ਤੇ ਸਤਿਗੁਰੂ ਨੇ ਉਥੋਂ ਉਸ ਦਾ ਪਾਰ ਉਤਾਰਾ ਕਰ ਦਿੱਤਾ ਕਿ ਜਾ ਭਾਈ ਹੁਣ ਫੇਰ ਜਾ ਕੇ ਗੁਰੂ ਦਾ ਸਿੱਖ ਬਣ ਕੇ ਕਮਾਈ ਕਰਕੇ ਤੇ ਉਸ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾ। ਇਹ ਗੁਰੂ ਸਾਡੀ ਰਾਖੀ ਕਰਦਾ ਹੈ ਜੀ। ਜਿਹੜਾ ਗੁਰੂ ਦਾ ਸਿੱਖ ਬਣ ਜਾਏ ਨਾ, ਗੁਰੂ ਫਿਰ ਉਸ ਦਾ ਸਭ ਕੁਝ ਦੇਖਦਾ ਹੈ, ਉਹਦੀ ਪ੍ਰਤਿਪਾਲਨਾ ਕਰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ बेकार ते हटे। सतगुर सिख को नाम धन दे, गुर का सिख वडभागी है। सतगुर सिख के हालत पलत सवारे, नानक सतगुर सिख को जी नाल समारे। ये सिर्फ पंक्तियां लिखियां नहीं है ना, इन्हां ते अमल होंदा है जी, अमल होंदा है, सतगुर करदा है। सतगुर सिख दे बंधन कट के रख दिंदा। इसलिए प्यारिओ देखो अज जेड़े दिन चल रहे ना, ते गुरु दी नज़दीकी है, हर एक गुरु दी नज़दीकी विच है। प्यार है गुरु दे सिख नूं अपने गुरु नाल। ते इसलिए इन्हां दिनां च जेड़ा हाले भी सिखी तों दूरी बनाई बैठा है, आओ सतगुरु संगत विच बेनती लांगे, मालका कृपा कर। जे कोई है तो कह देवे कि गुरु गुरु जी मेरी बांह फड़ लो। कलगीधर ने बांह फड़ लेनी है, सिखी की दात झोली च पा देनी है। ये अत कथनी नहीं है, ये सिर्फ बोलन का विषय नहीं है, ये मानन का विषय है। एक बार सतगुरु तू मंग के ते देखो, सतगुरु किरपा करता है जी। साडे अंग संग है, गुरु मेरे संग सदा है नाले। सिमर सिमर तिस सदा संभाले, हर बिन जियो जल बल जाओ। मैं अपना गुर पूछ देखिया, अवर नहीं थाओ। वाह सतगुरु, वाह तेरी बड़ी वडियाई दातिया। इसलिए सतगुरु किरपा करन साडे सारिਆਂ ते, सानू सिखी दी दात देन, साडा पिता कलगीधर वर बन जाए कि मां साहिब कौर नूं बना लईए। फिर साडा इस संसार विच आना सफल हो जाएगा। जदों एक बार पल्ला फड़ लिया ना कलगीधर दा, फिर नहीं उन्हें छड्डना, फिर पार लंघा के ही छड्डेगा। ये उसका बचन है। भावें 100 गेड़े लवा लेगा पर पार लंघा के छड्डेगा। फिर इन्हां जूनां दे चक्रां च नहीं पैण देना उसने।
ਇਸ ਲਈ ਪਿਆਰਿਓ, ਸਾਡੇ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਉਹ ਇੱਕ ਉਦਾਹਰਨ ਦਿੰਦੇ ਹੁੰਦੇ ਸਨ ਸਮਝਾਉਣ ਵਾਸਤੇ, ਕਿਉਂਕਿ ਜਿਹੜੇ ਹੁੰਦੇ ਨਾ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੁੰਦਾ, ਉਹ ਗੁਰੂ ਦੀਆਂ ਗੱਲਾਂ ਸੁਣਾ ਕੇ ਬੰਦੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਵਾਲੇ ਪਾਸੇ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਉਹ ਕਹਿੰਦੇ ਹੁੰਦੇ ਸੀ ਜੀ, ਮਨੁੱਖਾ ਜਿਹੜਾ ਸਰੀਰ ਹੈ, ਬੜੀ ਵੱਡੀ ਘਾਲਣਾ ਹੋਵੇ ਤਾਂ ਮਨੁੱਖਾ ਸਰੀਰ ਮਿਲਦਾ ਹੈ, ਬਹੁਤ ਵੱਡੀ। ਉਹ ਇੱਕ ਐਗਜ਼ਾਮਪਲ ਕੋਟ ਕਰਦੇ ਸੀ ਕਿ ਜਿਵੇਂ ਇੱਕ ਬੋਹੜ ਦਾ ਦਰਖਤ ਹੈ, ਬੋਹੜ ਦਾ ਦਰਖਤ, ਉਸ ਦੇ ਤੁਸੀਂ ਪੱਤੇ ਫਲ ਦੇਖੇ ਹੋਣੇ, ਅਗਣਿਤ ਹੁੰਦੇ ਨੇ ਬੋਹੜ ਦੇ ਦਰਖਤ ਨੂੰ। ਕਹਿੰਦੇ ਇੰਨੇ ਚੰਗੇ ਕਰਮ ਹੋਣ ਤੇ ਮਨੁੱਖਾ ਸਰੀਰ ਮਿਲਦਾ। ਫਿਰ ਕਹਿੰਦੇ ਜੀ ਉਸ ਤੋਂ ਵੱਧ ਕਰਮ ਚੰਗੇ ਹੋਣ ਜਿੰਨੀਆਂ ਬੋਹੜ ਨੂੰ ਗੋਲਾਂ ਲੱਗਦੀਆਂ, ਛੋਟੀਆਂ ਛੋਟੀਆਂ ਹੁੰਦੀਆਂ ਨੇ, ਉਹ ਗੋਲਾਂ ਲੱਗਦੀਆਂ ਨੇ ਜੀ ਬੋਹੜ ਦੇ, ਪਿੱਪਲ ਦੇ ਦਰਖਤ ਨੂੰ। ਕਹਿੰਦੇ ਐਨੀਆਂ ਸ਼ੁਭ ਕਰਮ ਹੋਣ ਤੇ ਸਿੱਖ ਦੇ ਘਰ ਜਨਮ ਹੁੰਦਾ। ਫਿਰ ਕਹਿੰਦੇ ਜਿੰਨੀ ਕਦੇ ਗੋਲ ਵਿੱਚ ਉਹਨੂੰ ਤੋੜ ਕੇ ਦੇਖੋ, ਉਹਦੇ ਛੋਟੇ 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 ਬੀਜ ਹੁੰਦੇ ਨੇ, ਅਗਣਿਤ ਬੀਜ, ਗਿਣੇ ਨਹੀਂ ਜਾ ਸਕਦੇ। ਕਹਿੰਦੇ ਜਿੰਨੀਆਂ ਉਸ ਬੋਹੜ ਨੂੰ ਗੋਲਾਂ ਲੱਗਦੀਆਂ ਨਾ, ਉਸ ਨੂੰ ਹਰ ਇੱਕ ਬੀਜ ਨੂੰ ਤੋੜ ਕੇ ਦੇਖ ਲਓ, ਉਸ ਦੇ ਵਿੱਚ ਜਿੰਨੇ ਬੀਜ ਹਨ, ਐਨੇ ਅਗਰ ਸ਼ੁਭ ਕਰਮ ਹੋਣ ਤੇ ਉਹ ਗੁਰੂ ਵਾਲਾ ਬਣਦਾ ਹੈ। ਹੁਣ ਤੁਸੀਂ ਆਪ ਹੀ ਫੈਸਲਾ ਕਰ ਲਓ। ਹੁਣ ਆਪ ਹੀ ਫੈਸਲਾ ਕਰ ਲਓ, ਕਿੰਨੇ ਕਰਮ ਚੰਗੇ ਬਣਦੇ ਨਾ ਜੇ ਗੁਰੂ ਵਾਲਾ ਬਣਨਾ ਹੋਵੇ ਤਾਂ। ਕਿੰਨੇ ਚੰਗੇ ਕਰਮ ਹੁੰਦੇ, ਜਿਸ ਦਾ ਪਿਓ ਕਲਗੀਧਰ ਬਣਦਾ ਤੇ ਮਾਂ ਸਾਹਿਬ ਕੌਰ ਬਣਦੀ। ਸਤਿਗੁਰ ਕਿਰਪਾ ਕਰਨ, ਸਾਡੇ ਸਾਰਿਆਂ ਦੇ ਇੰਨੇ ਚੰਗੇ ਕਰਮ ਹੋ ਜਾਣ, ਅਸੀਂ ਸਾਰੇ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਅਸੀਂ ਆਪਣਾ ਜੀਵਨ ਸਫਲ ਬਣਾ ਸਕੀਏ। ਸਾਡਾ ਜਿਹੜਾ ਇਹ ਆਇਆ ਸੰਸਾਰ ਵਿੱਚ ਸਫਲ ਹੋ ਸਕੇ। ਸਤਿਗੁਰੂ ਅੱਗੇ ਇਹੀ ਬੇਨਤੀ ਹੈ। ਆਓ ਜੀ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਸਤਿਗੁਰੂ ਦੇ ਸ਼ਬਦ ਦੀ। ਕਿਉਂ? ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ, ਪ੍ਰਤਖ ਗੁਰੂ ਨਿਸਤਾਰੇ, ਪ੍ਰਤਖ ਗੁਰੂ ਨਿਸਤਾਰੇ, ਪ੍ਰਤਖ ਗੁਰੂ ਨਿਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ, ਪ੍ਰਤਖ ਗੁਰੂ ਨਿਸਤਾਰੇ। ਇਸ ਲਈ ਗੁਰਬਾਣੀ ਗੁਰੂ ਹੈ। ਇਸ ਨਾਲ ਜੁੜੀਏ, ਸਾਡਾ ਜੀਵਨ ਸਫਲ ਹੋ ਜਾਏਗਾ। ਕਰੋ ਕਿਰਪਾ
ਸਤਿਗੁਰੂ ਦੀ ਬਾਣੀ ਦਾ ਕੱਲ ਸ਼ਬਦ ਵਿਚਾਰ ਚੱਲ ਰਹੀ ਸੀ, ਉਸ ਨਾਲ ਜੁੜੀਏ। ਸਤਿਗੁਰੂ ਕਿਰਪਾ ਕਰਨ ਆਪਣੇ ਸ਼ਬਦ ਦੀ ਵਿਚਾਰ ਆਪ ਹੀ ਕਰਵਾ ਲੈਣ। ਸਤਿਗੁਰੂ ਕਹਿੰਦੇ ਨੇ, ਜਿਸ ਬਿਸਰੀਏ ਜਮ ਜੋ ਹੈ ਨ ਲਾਗੈ। ਜਿਸ ਬਿਸਰੀਏ, ਜਿਸ ਪ੍ਰਭੂ ਦੇ ਭੁੱਲ ਜਾਣ ਨਾਲ ਮੌਤ ਘੋਰਨ ਲੱਗਦੀ ਹੈ, ਮੌਤ ਡਰਾਉਣ ਲੱਗਦੀ ਹੈ ਜੀ। ਪ੍ਰਭੂ ਵਿਸਰ ਜਾਏ ਨਾ, ਮੌਤ ਕੀ ਕਰਦੀ ਹੈ? ਬੰਦੇ ਨੂੰ ਘੂਰਦੀ ਹੈ, ਡਰਾਉਂਦੀ ਹੈ, ਤੇ ਬੰਦਾ ਡਰਨ ਲੱਗ ਪੈਂਦਾ, ਕਿਉਂਕਿ ਉਸਦੇ ਫੁਰਨੇ ਹੀ ਐਸੇ ਬਣਦੇ ਨੇ, ਡਰਾਉਣੇ ਫਿਰਨੇ। ਪ੍ਰਭੂ ਨੂੰ ਭੁੱਲਣ ਦੇ ਨਾਲ ਮਨ ਦੇ ਖਿਆਲ ਬੜੇ ਡਰਾਉਣੇ ਹੋ ਜਾਂਦੇ। ਮਨ ਬੜੇ ਖਿਆਲ ਜਿਹੜੇ ਡਰਾਉਣੇ ਖਿਆਲ ਲੈਣਾ ਸ਼ੁਰੂ ਕਰ ਦਿੰਦਾ। ਫਿਰ ਸਮਝ ਲਓ ਕੀ ਹੁੰਦਾ ਕਿ ਮੌਤ ਘੂਰਦੀ ਹੈ ਉਸਨੂੰ, ਮੌਤ ਡਰਾਉਂਦੀ ਹੈ। ਉਹ ਪਲ ਪਲ ਉਸ ਦਾ ਮੌਤ ਉਹਨੂੰ ਡਰਾਉਂਦੀ। ਕਿਉਂ? ਸਭ ਸੁਖ ਜਾਏ ਦੁੱਖ ਦੁਖਾ ਹੁਣ ਆਗੇ। ਸਾਰੇ ਸੁੱਖ ਜਿਹੜੇ ਜੀਵਨ ਰਾਹ ਵਿੱਚ, ਸਾਰੇ ਸੁੱਖ ਦੂਰ ਹੋ ਜਾਂਦੇ ਨੇ। ਜਿਹੜਾ ਪ੍ਰਭੂ ਨੂੰ ਭੁੱਲ ਜਾਂਦਾ ਹੋ ਜਾਂਦੇ ਨੇ, ਤੇ ਉਹਨਾਂ ਦੀ ਥਾਂ ਜੀਵਨ ਪੰਧ ਵਿੱਚ ਦੁੱਖ ਹੀ ਦੁੱਖ ਵਾਪਰਦੇ ਨੇ। ਜੀਵਨ ਦੁਖੀ ਹੋ ਜਾਂਦਾ, ਕਿਉਂਕਿ ਪ੍ਰਭੂ ਭੁੱਲ ਗਿਆ। ਪ੍ਰਭੂ ਨੂੰ ਭੁੱਲਣ ਦੇ ਨਾਲ ਜਿਹੜੇ ਦੁੱਖ ਆ ਘੇਰਦੇ ਨੇ, ਤੇ ਸੁੱਖਾਂ ਨੂੰ ਦੂਰੀ ਬਣ ਜਾਂਦੀ ਹੈ। ਸੁੱਖ ਪਰੇ ਨਸ ਜਾਂਦੇ ਨੇ, ਤੇ ਦੁੱਖ ਉਸ ਬੰਦੇ ਨੂੰ ਸਤਾਉਣਾ ਸ਼ੁਰੂ ਕਰ ਦਿੰਦੇ ਨੇ। ਜੀਵਨ ਰਾਹ ਵਿੱਚ ਇਸ ਤਰ੍ਹਾਂ ਲੰਘਦਾ ਕਿ ਭਾਈ ਬੰਦੇ ਨੂੰ ਦੁੱਖ ਹੀ ਦੁੱਖਾਂ ਨਾਲ ਹੀ ਘੇਰ ਲਿਆ, ਜਿਹੜਾ ਪ੍ਰਭੂ ਨੂੰ ਭੁੱਲ ਜਾਏ। ਰਾਮ ਨਾਮ ਜਪ ਗੁਰਮੁਖ ਜੀਅੜੇ, ਪਿਓ ਪਰਮ ਤਤ ਵਿਚਾਰਾ ਹੈ। ਗੁਰਮੁਖ, ਗੁਰੂ ਦੀ ਸ਼ਰਨ ਪੈ ਕੇ ਜੀਅੜੇ ਇਹ ਜਿੰਦੇ ਪਰਮ ਤਤ, ਸਭ ਤੋਂ ਵੱਡਾ ਮੂਲ ਕੀ ਹੈ ਜੀ? ਪਰਮਾਤਮਾ। ਜੀਵਨ ਦਾ ਵੱਡਾ ਮੂਲ ਕੀ ਹੈ? ਪਰਮਾਤਮਾ। ਇਹ ਜਿੰਦੇ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਭੂ ਦਾ ਨਾਮ ਜਪ, ਕਿਉਂਕਿ ਸ਼ਰਨ ਗੁਰੂ ਦੀ ਆਏਗਾ ਤਾਂ ਹੀ ਜਪਿਆ ਜਾਣਾ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਾਮ ਤੇਰੇ ਹਿਰਦੇ 'ਚ ਨਹੀਂ ਆਉਣਾ। ਜਿੰਨੀ ਮਰਜ਼ੀ ਟੇਲਾ ਲਾ ਲੈ, ਵਿਸਰ ਜਾਏਗਾ, ਵਿਸਰ ਜਾਏਗਾ। ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪ, ਤੇ ਉਸ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ ਦੇ ਮੰਡਲ ਵਿੱਚ ਟਿਕਾ ਕੇ ਰੱਖ। ਆਪਣੇ ਸੋਚ ਵਿੱਚ ਤੇਰੀ ਜਿਸ ਲਈ ਜੇ ਗੁਰੂ ਦੀ ਸ਼ਰਨ ਪੈ ਗਿਆ ਨਾ, ਤੇ ਗੁਰੂ ਦੀ ਸ਼ਰਨ ਪੈਣ ਦੇ ਨਾਲ ਤੇਰੇ ਸੋਚ ਦੇ ਵਿੱਚ, ਤੇਰੇ ਅੰਤਿਸ਼ਕਰਨ ਦੇ ਵਿੱਚ ਪ੍ਰਭੂ ਦੇ ਖਿਆਲ ਆਣੇ ਸ਼ੁਰੂ ਹੋ ਜਾਣੇ, ਫੁਰਨੇ ਬਣਨੇ ਸ਼ੁਰੂ ਹੋ ਜਾਣੇ। ਫੁਰਨਿਆਂ ਰਾਹੀਂ ਤੇਰੀ ਪ੍ਰਭੂ ਦੀ ਯਾਦ ਨਾਲ ਜੁੜ ਜਾਏਗਾ। ਫਿਰ ਉਹ ਫੁਰਨੇ ਮਿਟਣ ਨਹੀਂ ਲੱਗੇ। ਹਰ ਫੁਰਨਾ ਆਵੇਗਾ ਤੈਨੂੰ ਪ੍ਰਭੂ ਦੀ ਯਾਦ ਲਾਵੇਗਾ, ਕਿਉਂਕਿ ਜਿਸ ਲਈ ਤੂੰ ਪ੍ਰਭੂ ਦਾ ਨਾਮ ਜਪ ਕਰੇਂਗਾ, ਤੇ ਉਹ ਪ੍ਰਭੂ ਦਾ ਮੂਲ ਹੈ। ਜਦੋਂ ਮੂਲ ਨਾਲ ਬੰਦਾ ਜੁੜ ਜਾਏ ਨਾ, ਤਾਂ ਹੀ ਤੇ ਸਤਿਗੁਰੂ ਸਾਨੂੰ ਪੰਜ ਸਿੰਘ ਸਾਹਿਬਾਨ ਜਿਸ ਲਈ ਅੰਮ੍ਰਿਤ ਛਕਾਉਂਦੇ ਨੇ, ਤੇ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਸਾਡੀ ਝੋਲੀ 'ਚ ਪਾਉਂਦੇ ਨੇ, ਦ੍ਰਿੜ ਕਰਾਉਂਦੇ ਨੇ ਕਿ ਭਾਈ ਅੱਜ ਤੋਂ ਬਾਅਦ ਇਹ ਜਪਣਾ। ਗੁਰਬਾਣੀ ਗੁਰੂ ਨਾਲ ਜੁੜਨਾ, ਤੇ ਮੂਲ ਤੇ ਗੁਰਮੰਤਰ ਨੂੰ ਜਪਣਾ। ਜਪੇਗਾ ਤੇ ਤੇਰੀ ਇਹ ਜਿਹੜੀ ਸੋਚ ਮੰਡਲ ਹੈ ਨਾ,
ਇਸ ਦੇ ਵਿੱਚ ਪ੍ਰਭੂ ਦਾ ਵਾਸਾ ਹੋ ਜਾਏਗਾ। ਹਰ ਹਰ ਨਾਮ ਜਪੋ ਰਸ ਮੀਠਾ। ਤੇ ਜਦੋਂ ਜਪਣਾ ਸ਼ੁਰੂ ਹੋ ਗਿਆ ਨਾ, ਫਿਰ ਕੀ ਹੋਏਗਾ? ਫਿਰ ਜਿੰਦੇ ਸਦਾ ਪਰਮਾਤਮਾ ਦਾ ਨਾਮ ਜਪਿਆਂ ਸਮਝ ਪੈਗੀ ਕਿ ਨਾਮ ਜਪਣ ਦਾ ਮਿੱਠਾ ਸਵਾਦ ਹੈ। ਸਵਾਦ ਆਉਣਾ ਸ਼ੁਰੂ ਹੋ ਜਾਣਾ, ਤੈਨੂੰ ਆਨੰਦ ਮਿਲਣਾ ਸ਼ੁਰੂ ਹੋ ਜਾਣਾ। ਇਹ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਪ੍ਰਭੂ ਦੇ ਨਾਮ ਜਪਣ ਵਿੱਚ ਸਵਾਦ ਆਉਣਾ ਸ਼ੁਰੂ ਹੋ ਜਾਏ ਨਾ, ਰਸ ਆਉਣਾ ਸ਼ੁਰੂ ਹੋ ਜਾਏ, ਸਮਝ ਲਓ ਗੱਲ ਬਣ ਗਈ, ਸ਼ੁਰੂ ਹੋ ਗਿਆ ਕੰਮ। ਜਦੋਂ ਪ੍ਰਭੂ ਦੇ ਨਾਮ ਜਪਣ ਵਿੱਚ ਸਵਾਦ ਆਉਣਾ ਸ਼ੁਰੂ ਹੋ ਗਿਆ, ਮਿਠਾਸ ਆਉਣੀ ਸ਼ੁਰੂ ਹੋ ਗਈ, ਫਿਰ ਸਮਝ ਲੈ ਕਿ ਤੇਰੀ ਗੱਲ ਬਣ ਗਈ। ਇਹ ਜਪਿਆਂ ਹੀ ਸਮਝ ਪਏਗੀ ਕਿ ਨਾਮ ਜਪਣ ਦਾ ਮਿੱਠਾ ਸਵਾਦ ਹੈ। ਜੇ ਜਪੋਗੇ ਤਾਂ ਹੀ ਪਤਾ ਚੱਲੇਗਾ। ਗੁਰਮੁਖ ਹਰ ਰਸ ਅੰਤਰ ਡੀਠਾ। ਪਰ ਇਹ ਗੁਰੂ ਦੀ ਸ਼ਰਨ ਪੈ ਕੇ ਹੀ ਨਾਮ ਰਸ ਆਪਣੇ ਅੰਦਰ ਅਨੁਭਵ ਕਰ ਸਕਦਾ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਇਹ ਪ੍ਰਾਪਤੀ ਹੋਣੀ। ਇਸ ਲਈ ਸਤਿਗੁਰ ਕਿਰਪਾ ਕਰਨ ਸਾਡੇ ਸਾਰਿਆਂ ਤੇ, ਅਸੀਂ ਸਾਰੇ ਹੀ ਗੁਰੂ ਦੀ ਸ਼ਰਨ ਵਿੱਚ ਪੈ ਜਾਈਏ। ਗੁਰੂ ਦੀ ਸ਼ਰਨ ਦੀ ਪੈਣ ਦਾ ਕੀ ਲਾਭ ਹੈ ਕਿ ਸਾਡੇ ਜਿਹੜਾ ਨਾਮ ਜਪਣਾ ਅਸੀਂ ਸ਼ੁਰੂ ਕਰ ਦਿਆਂਗੇ ਨਾ ਗੁਰੂ ਦੀ ਸ਼ਰਨ ਵਿੱਚ ਪੈ ਕੇ, ਤੇ ਫਿਰ ਸਾਨੂੰ ਉਹ ਜਿਹੜਾ ਰਸ ਆਉਣਾ ਸ਼ੁਰੂ ਹੋ ਜਾਣਾ ਨਾ, ਫਿਰ ਆਨੰਦ ਬਣਨਾ ਸ਼ੁਰੂ ਹੋ ਜਾਣਾ। ਫਿਰ ਉਹ ਨਾਮ ਰਸ ਸਾਡੇ ਅੰਦਰ ਸਾਨੂੰ ਅਨੁਭਵ ਹੁੰਦਾ ਰਹੇਗਾ ਕਿ ਕੀ ਖੇਡ ਬਣ ਰਹੀ ਹੈ ਸਾਡੇ ਅੰਦਰ। ਸਾਨੂੰ ਆਪ ਹੀ ਅਨੁਭਵ ਹੋਏਗਾ, ਕੋਈ ਨਹੀਂ ਦੱਸੇਗਾ। ਸਾਡੇ ਅੰਦਰ ਜਿਸ ਵੇਲੇ ਅਸੀਂ ਨਾਮ ਜਪਾਂਗੇ ਨਾ, ਜਪਣ ਨਾਲ ਜਿਹੜਾ ਸਵਾਦ ਬਣੇਗਾ, ਜਿਹੜਾ ਰਸ ਆਵੇਗਾ, ਉਹ ਸਾਨੂੰ ਅਨੁਭਵ ਕਰਾ ਦੇਗਾ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਪੈ ਗਏ। ਸਤਿਗੁਰ ਕਿਰਪਾ ਕਰਨ ਸਾਡੇ ਸਾਰਿਆਂ ਤੇ। ਸਾਨੂੰ ਸਾਰਿਆਂ ਨੂੰ ਸਤਿਗੁਰੂ ਆਪਣੇ ਨਾਮ ਰਸ ਦੀ ਦਾਤ ਬਖਸ਼ਣ, ਤਾਂ ਕਿ ਅਸੀਂ ਜਪ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ। ਇਹ ਲੋਕ ਸੁਖੀਏ ਔਰ ਲੋਕ ਸਵੇਲੇ ਹੋ ਜਾਣ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ, ਜਿਉ ਹੋਵੇ ਸਹਿਬ ਸਿਉ ਮੇਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਬੋਲੇ ਸੋ ਨਿਹਾਲ। ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਕੀ ਜੀ। ਫਤਿਹ।